Dear students, Sudarshan Kaur lecture English here for the lesson The Story of My Life. It's written by Helen Keller. Helen Keller was made blind and deaf through fever at the age of 19 months. Helen Keller ਅੰਨੀ ਸੀ, ਬੋਲੀ ਬੁਖਾਰ ਦੇ ਨਾਲ ਹੋ ਗਈ ਜਦੋਂ ਕਿ 19 ਮਹੀਨਿਆਂ ਦੀ ਸੀ. Born in 1888 at a time when blind deaf people were likely to be consigned to the poor house or asylum. 1980 ਵਿੱਚ ਉਹਨਾਂ ਦਾ ਜਨਮ ਹੋਇਆ. ਉਸ ਸਮੇਂ ਦੇ ਵਿੱਚ ਜਦੋਂ ਕਿ ਬਲਾਈਂਡ ਅਤੇ ਡੈਫ ਲੋਕਾਂ ਨੂੰ ਗਰੀਬ ਘਰ ਜਾਂ ਅਸਾਈਲਮ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ. She went on to live a fuller and more adventurous life than many before or since. Despite being blind and deaf, it was clear that Helen had a remarkable gift for community. ਉਸਨੇ ਭਰਪੂਰ ਜੀਵਨ ਅਤੇ ਦਿਲਚਸਪ ਜੀਵਨ ਕੀਤਾ. ਫੈਕਟਸ ਦੇ ਬਾਵਜੂਦ, ਬਲਾਈਂਡ ਹੋਣ ਦੇ ਬਾਵਜੂਦ, ਸੁਣਨ ਦੀ ਸ਼ਕਤੀ ਨਾ ਹੋਣ ਦੇ ਬਾਵਜੂਦ, ਇਸ ਤੋਂ ਪਤਾ ਚੱਲਦਾ ਹੈ ਕਿ ਉਸਦੇ ਕੋਲ ਮੇਲ ਕਰਨ ਦੀ ਤੋਹਫਾ ਸੀ. She learned to read and write ਬਰੇਲੀ ਲਿਪੀ ਨੂੰ ਸਿੱਖਿਆ and to read lips by feeling the shapes and vibrations formed by people's mouths as they speak. ਅਤੇ ਉਸਨੇ ਲੋਕਾਂ ਦੇ ਚਿਹਰਿਆਂ ਦੀਆਂ ਫੀਲਿੰਗਸ ਤੋਂ, ਉਹਨਾਂ ਦੇ ਹਿਲਦੇ ਹੋਏ ਬੁੱਲਾਂ ਤੋਂ, ਉਹਨਾਂ ਦੇ ਮੂੰਹ ਤੋਂ ਬੋਲਣ ਦਾ ਅੰਦਾਜ਼ਾ ਲਗਾਉਣਾ ਸਿੱਖਿਆ. ਦਿਸ ਫਾਰਮ ਆਫ ਲਿਪ ਰੀਡਿੰਗ ਟੈਡੋਮਾ ਇਜ਼ ਵਨ ਦੈਟ ਇਜ਼ ਵੈਰੀ ਡਿਫੀਕਲਟ. ਇਹ ਇੱਕ ਜਿਹੜੀ ਲਿਪ ਰੀਡਿੰਗ ਦੀ ਕਿਸਮ ਹੈ, ਇਹ ਬਹੁਤ ਹੀ ਔਖੀ ਹੈ ਸਿੱਖਣੀ. ਐਂਡ ਫਿਊ ਪੀਪਲ ਐਵਰ ਮੈਨੇਜ ਟੂ ਡੂ ਸਕਸੈਸਫੁਲੀ. ਅਤੇ ਬਹੁਤ ਘੱਟ ਲੋਕ ਇਸ ਵਿੱਚ ਸਫਲ ਹੋ ਸਕਦੇ ਹਨ. ਐਨਐਸ ਸੁਲੇਵਾਨ ਅਰਾਈਵਡ ਐਟ ਕੈਲਰਸ ਹਾਊਸ ਇਨ ਮਾਰਚ 1887. ਨੀ ਸੁਲੇਵਾਨ ਕੈਲਰ ਦੇ ਘਰ, ਕੈਲਰ ਦੇ ਘਰ ਵਿੱਚ 1887 ਵਿੱਚ ਪਹੁੰਚੇ. ਐਂਡ ਇਮੀਡੀਏਟਲੀ ਬਿਗੇਨ ਟੂ ਟੀਚ ਹੈਲਨ ਟੂ ਕਮਿਊਨੀਕੇਟ ਬਾਈ ਸਪੈਲਿੰਗ ਵਰਡਸ ਇਨ ਟੂ ਦ ਹੈਂਡ. ਅਤੇ ਉਸਨੇ ਉਸੇ ਵੇਲੇ ਉਸਨੂੰ ਹੱਥਾਂ ਦੀ ਮਦਦ ਦੇ ਨਾਲ ਵਰਡ ਸਪੈਲ ਕਰਨਾ ਦੱਸ ਦਿੱਤਾ. ਐਟ ਏਜ 22 ਕੈਲਰ ਪਬਲਿਸ਼ਡ ਹਿਜ਼ ਆਟੋਬਾਇਓਗ੍ਰਾਫੀ. 22 ਸਾਲ ਦੀ ਉਮਰ ਵਿੱਚ ਉਸਨੇ ਸਵੈ ਜੀਵਨੀ ਲਿਖੀ. ਦ ਸਟੋਰੀ ਆਫ ਮਾਈ ਲਾਈਫ 1903 with help from Sullivan and Sullivan's husband John Mackey. John ਦੇ ਪਤੀ ਦੀ ਮਦਦ ਦੇ ਨਾਲ. It recounts that the story of her life was 21 and was written during. ਇਸ ਦੇ ਵਿੱਚ 20 ਸਾਲ ਦੀ ਉਮਰ ਤੱਕ ਦੇ ਜੀਵਨ ਦਾ ਵੇਰਵਾ ਹੈ ਅਤੇ ਉਸਨੇ ਆਪਣੇ ਕਾਲਜ ਦੇ ਸਮੇਂ ਦੌਰਾਨ ਇਹ ਸਟੋਰੀ ਲਿਖੀ ਸੀ. Most important day I remember in all my life is the one on which my teacher Annie Mansfield Sullivan came to me. ਸਭ ਤੋਂ ਇੰਪੋਰਟੈਂਟ ਦਿਨ ਮੇਰੇ ਜੀਵਨ ਦਾ ਉਹ ਸੀ ਜਦੋਂ ਕਿ ਐਨੀ ਮੈਨਸਫੀਲਡ ਸੁਲੇਵਾਨ ਮੇਰੇ ਘਰ ਆਏ. ਆਟੋਬਾਇਓਗ੍ਰਾਫੀ ਦਾ ਮਤਲਬ ਕਿ ਇਹਦੇ ਵਿੱਚ ਲਿਖਣ ਵਾਲਾ ਆਪਣੇ ਆਪ ਨੂੰ ਸੰਬੋਧਨ ਕਰਕੇ ਲਿਖਦਾ. ਤਾਂ ਹੈਲਨ ਕੈਲਰ ਆਪਣੇ ਬਾਰੇ ਇਸ ਦੇ ਵਿੱਚ ਸਵੈ ਜੀਵਨੀਓ ਲਿਖ ਰਹੀ ਹੈ ਅਤੇ ਉਸਨੇ ਦੱਸਿਆ ਕਿ ਐਨੀ ਮੈਨਸਫੀਲਡ ਸੁਲੇਵਾਨ ਅਧਿਆਪਕਾ ਦਾ ਉਸਦੀ ਲਾਈਫ ਵਿੱਚ ਆਉਣਾ ਮਹੱਤਵਪੂਰਨ ਦਿਨ ਹੈ. ਆਈ ਐਮ ਫੀਲਡ ਵਿਦ ਵੰਡਰ ਵੈਨ ਆਈ ਕੰਸੀਡਰ ਦ ਇਮੇਜੇਬਲ ਕੰਟਰਾਸਟਸ ਬਿਟਵੀਨ ਦ ਟੂ ਲਾਈਵਸ ਵਿਚ ਇਟ ਕਨੈਕਟਸ. ਅਤੇ ਜਦੋਂ ਉਹ ਹੈਰਾਨੀ ਨਾਲ ਭਰ ਜਾਂਦੀ ਹਾਂ ਜਦੋਂ ਮੈਂ ਨਾ ਮਾਪੇ ਜਾਣ ਵਾਲੇ ਅੰਤਰ ਜੋ ਕਿ ਦੋ ਜੀਵਨਾਂ ਦੇ ਵਿਚਕਾਰ ਸੀ ਉਸਨੂੰ ਜੋੜਦਾ ਹੈ. ਇਟ ਵਾਜ਼ ਅ 3rd of March 1887, 3 months before I was 7 years old. ਇਹ ਮਾਰਚ 1887 ਦੀ ਗੱਲ ਹੈ. ਮੇਰੇ 7 ਸਾਲ ਦੇ ਹੋਣ ਤੋਂ 3 ਮਹੀਨੇ ਪਹਿਲਾਂ ਦੀ ਗੱਲ. ਆਲਸੋ ਦ ਆਨਸਰ ਟੂ ਫਸਟ ਕੁਐਸਚਨ ਫਰੋਮ ਯੂਅਰ ਬੁੱਕ, ਹੂ ਵਾਜ਼ ਐਨੀ ਮੈਨਸਫੀਲਡ ਸੁਲੇਵਾਨ. ਐਨੀ ਮੈਨਸਫੀਲਡ ਸੁਲੇਵਾਨ was Helen Keller's teacher, and it was the 3rd of March 1887, 3 months before she was 7 years old when she met her teacher. The second, what was something unusual happening at the narrator's home? दूसरा प्रश्न है कि उस दिन उसके लेखक के घर कुछ आम नालों अलग की हो रहा सी. On the afternoon of that eventful day, घटना भरे दिन की गल है, शाम की गल है. आई स्टूड ऑन द पोर्च. मैं अपने वरांडे विच खड़ी सी. डम एक्सपैक्टेंट, गूंगी. वेगली फ्रॉम माई मदर साइंस. मैं अपने मदर दे इशारिਆਂ ਤੋਂ ਸਮਝ ਰਹੀ ਸੀ. ਐਂਡ ਫਰੋਮ ਦ ਹਰਿੰਗ ਟੂ ਐਂਡ ਫੋ ਇਨ ਦ ਹਾਊਸ ਦੈਟ ਸਮਥਿੰਗ ਅਨਯੂਜ਼ੁਅਲ ਵਾਜ਼ ਅਬਾਊਟ ਟੂ ਹੈਪਨ. ਕਿ ਉਹਦੀ ਮਦਰ ਇੱਧਰ ਉੱਧਰ ਜਾ ਰਹੇ ਸੀ. ਮੈਂ ਇਹ ਸਮਝ ਪਾ ਰਹੀ ਸੀ ਕਿ ਕੋਈ ਚੀਜ਼ ਆਮ ਨਾਲੋਂ ਅਲੱਗ ਹੋਣ ਵਾਲੀ ਹੈ. ਸੋ ਆਈ ਵੈਂਟ ਟੂ ਦ ਡੋਰ ਐਂਡ ਵੇਟਡ ਔਨ ਦ ਸਟੈਪਸ. ਇਸ ਤਰ੍ਹਾਂ ਮੈਂ ਦਰਵਾਜ਼ੇ ਵੱਲ ਗਈ ਅਤੇ ਉੱਥੇ ਇੰਤਜ਼ਾਰ ਕੀਤਾ. The afternoon sun penetrated the moss of honeysuckle that covered the porch. ਸ਼ਾਮ ਦੇ ਸੂਰਜ ਦੀ ਰੋਸ਼ਨੀ ਨੇ ਟਾਂਡੇ ਦੇ ਵਿੱਚ ਜੈਲੋ ਕਲਰ ਪਲਾਂਟ ਉਸਨੇ ਬਰਾਂਡੇ ਨੂੰ ਢਕਿਆ ਹੋਇਆ ਸੀ, ਉਸ ਵਿੱਚੋਂ ਰੋਸ਼ਨੀ
ਆ ਰਹੀ ਸੀ ਐਂਡ ਫੈਲ ਟਰਨਡ ਫੇਸ, ਅਤੇ ਮੇਰੇ ਉੱਪਰ ਵੱਲ ਨੂੰ ਉਠਾਏ ਹੋਏ ਫੇਸ ਉੱਪਰ ਪੈ ਰਹੀ ਸੀ। ਮਾਈ ਫਿੰਗਰਸ ਲਿੰਗਰਡ ਆਲਮੋਸਟ ਅਨਕੌਂਸ਼ੀਅਸਲੀ ਔਨ ਦਾ ਫੈਮੀਲੀਅਰ ਲੀਵਸ ਐਂਡ ਬਲੌਸਮਸ, ਮੇਰੀਆਂ ਉਂਗਲੀਆਂ ਅਚੇਤ ਰੂਪ ਵਿੱਚ ਜਾਣੇ ਪਛਾਣੇ ਪੱਤਿਆਂ ਅਤੇ ਫੁੱਲਾਂ ਦੇ ਉੱਪਰ ਟਿਕ ਗਈਆਂ। ਅਨਕੌਂਸ਼ੀਅਸਲੀ ਅਚੇਤ ਰੂਪ। ਜਸਟ ਕਮ ਫੋਰ ਟੂ ਗ੍ਰੀਟ ਦਾ ਸਵੀਟ ਸਾਊਦਰਨ ਸਪਰਿੰਗ, ਜਿਹੜੇ ਕਿ ਪੱਤੇ ਹੁਣੇ ਹੀ ਠੀ ਦੱਖਣੀ ਬਹਾਰ ਦਾ ਸਵਾਗਤ ਕਰਨ ਦੇ ਲਈ ਆਏ ਸਨ। ਦਿਸ ਇਜ਼ ਅਬਾਊਟ ਦਾ ਸਪਰਿੰਗ ਸੀਜ਼ਨ। I didn't know what the future held of marvel or surprise for me। ਇਹ ਕੁਦਰਤ ਦਾ ਦ੍ਰਿਸ਼ ਹੈ। ਇਸ ਦੇ ਨਾਲ ਲੇਖਿਕਾ ਦੱਸ ਰਹੀ ਹੈ ਕਿ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਕੀ ਅਦਭੁਤ ਚੀਜ਼ ਜਾਂ ਕਿਹੜੀ ਹੈਰਾਨੀ ਵਾਲੀ ਗੱਲ ਮੇਰੇ ਜੀਵਨ ਵਿੱਚ ਹੋਣ ਵਾਲੀ ਹੈ। ਐਂਗਰ ਐਂਡ ਬਿਟਨੈਸ ਹੈਡ ਪੀਡ ਅਪੋਨ ਮੀ ਕੰਟੀਨਿਊਲੀ ਫॉर ਵੀਕਸ, ਕਈ ਹਫ਼ਤਿਆਂ ਤੋਂ ਲਗਾਤਾਰ ਮੈਂ ਗੁੱਸੇ ਅਤੇ ਤੱਤਨ ਦਾ ਸ਼ਿਕਾਰ ਰਹੀ ਹਾਂ। ਐਂਡ ਅ ਡੀਪ ਲੈਂਗੂਰ ਹੈਡ ਸਕਸੀਡਡ ਦਿਸ ਪੈਸ਼ਨੇਟ ਸਟਰਗਲ, ਇੱਕ ਡੂੰਘੀ ਸ਼ਾਂਤੀ ਦੀ ਭਾਵਨਾ ਨੇ ਸਟਰਗਲ, ਲਗਾਤਾਰ ਕਿਸੇ ਚੀਜ਼ ਦੇ ਵਿੱਚ ਸਟਰਗਲ ਕਰਦੇ ਰਹਿਣਾ, ਔਰ ਡੀਪ ਲੈਂਗਰ ਮੀਨਿੰਗ ਸ਼ਾਂਤ ਹੋ ਜਾਣਾ, ਆਲ due to the anger and bitterness which her life had given her. And now second question was about the unusual happening. She guessed vaguely from her mother's signs and from the hurrying to and fro in the house that something unusual was about to happen. A teacher was coming to her house. This was the unusual happening कि उसकी अध्यापका उसके घर आ रही सी। Have you ever been at sea in a dense fog? ਕੀ ਤੁਸੀਂ ਕਦੇ ਸਮੁੰਦਰ ਵਿੱਚ ਗਏ ਹੋ? ਵੈਨ ਇਟ ਸੀਮਡ ਐਜ਼ ਇਫ ਅ ਟੈਂਗੀਬਲ ਵਾਈਟ ਡਾਰਕਨੈਸ ਸ਼ਟ ਯੂ ਇਨ, ਜਦੋਂ ਤੁਹਾਨੂੰ ਇਹ ਲੱਗੇ ਕਿ ਇੱਕ ਸਫੈਦ ਕਲੀਅਰ ਹਨੇਰੇ ਨੇ ਤੁਹਾਨੂੰ ਘੇਰ ਲਿਆ। ਐਂਡ ਦ ਗ੍ਰੇਟ ਸ਼ਿਪ, ਅਤੇ ਮਹਾਨ ਜਹਾਜ਼ ਟੈਂਸ ਐਂਡ ਨੈਕਸ਼ੀਅਸ, ਬੇਚੈਨ ਅਤੇ ਚਿੰਤਾਗ੍ਰਸਤ ਹੋ ਕੇ ਗੋਪਟ ਆ ਵੇ ਟੁਵਾਰਡ ਦਾ ਸ਼ੋਰ, ਕਿਨਾਰੇ ਵੱਲ ਜਾਣ ਲਈ ਆਪਣਾ ਰਸਤਾ ਲੱਭ ਰਿਹਾ ਹੋਵੇ। ਵਿਦ ਪਲਮਰ, ਜਿਵੇਂ ਕਿ ਕਿਸੇ ਉਚਾਈ ਤੋਂ ਉਹਨੇ ਗਿਰਨਾ ਹੋਵੇ। ਐਂਡ ਸਾਊਂਡਿੰਗ ਲਾਈਨ, ਅਤੇ ਆਪਣੀ ਈਮਾਂ ਦੀ ਲਾਈਨ ਤੋਂ। ਐਂਡ ਯੂ ਵੇਟਡ ਫਾਰ ਵਿਦ ਬੀਟਿੰਗ ਹਾਰਟ ਫਾਰ ਸਮਥਿੰਗ ਟੂ ਹਰਟ, ਅਤੇ ਤੁਸੀਂ ਧੜਕਦੇ ਦਿਲ ਨਾਲ ਕਿਸੇ ਚੀਜ਼ ਦੇ ਵਾਪਰਨ ਦਾ ਇੰਤਜ਼ਾਰ ਕਰਦੇ ਹੋ। ਥਰਡ ਕੁਐਸਚਨ, ਵਟ ਵਾਜ਼ ਦਾ ਨਰੇਟਰ ਡੂਇੰਗ ਵਾਈਲ ਸਿਟਿੰਗ ਔਨ ਦਾ ਸਟੈਪਸ? ਦਾ ਨਰੇਟਰ was waiting something happening while sitting on the steps. She has compared her feeling with that of a tense and anxious ship which is groping her way toward the shore during darkness. Like that ship, मैं उस जहाज़ की तरह सा before my education began, ਇਸ ਤੋਂ ਪਹਿਲਾਂ ਕਿ ਮੇਰੀ ਕੋਈ ਐਜੂਕੇਸ਼ਨ ਸ਼ੁਰੂ ਹੁੰਦੀ। ਓਨਲੀ ਆਈ ਵਾਜ਼ ਵਿਦਾਊਟ ਕੰਪਾਸ ਔਰ ਸਾਊਂਡਿੰਗ ਲਾਈਨ, ਮੈਰਾਂ ਨੂੰ ਅਤੇ ਗਹਿਰਾਈ ਨੂੰ ਮਾਪਣ ਵਾਲੇ ਜੰਤਰ ਤੋਂ ਬਿਨਾਂ ਸੀ। ਨੋਇੰਗ ਹਾਊ ਨੀਅਰ ਦਾ ਹਾਰਬਰ ਵਾਜ਼, ਅਤੇ ਮੈਨੂੰ ਇਹ ਬਿਲਕੁਲ ਪਤਾ ਨਹੀਂ ਸੀ ਇਸ ਜੰਤਰ ਤੋਂ ਬਿਨਾਂ, ਜਿਸ ਤਰ੍ਹਾਂ ਕਿ ਸਮੁੰਦਰੀ ਜਹਾਜ਼ ਨੂੰ ਪਤਾ ਨਹੀਂ ਚੱਲਦਾ ਕਿ ਉਸ ਦੀ ਬੰਦਰਗਾਹ ਨੇੜੇ ਹੈ ਜਾਂ ਨਹੀਂ, ਉਸੇ ਤਰ੍ਹਾਂ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀ। ਲਾਈਟ ਗਿਵ ਮੀ ਲਾਈਟ ਵਾਜ਼ ਦਾ ਵਰਡਲੈਸ ਕਰਾਈ ਆਫ ਮਾਈ ਸੋਲ, ਮੇਰੀ ਬੇਚੈਨ ਆਤਮਾ ਦੀ ਆਵਾਜ਼ ਸੀ ਕਿ ਮੈਨੂੰ ਰੋਸ਼ਨੀ ਦਿਓ। ਐਂਡ ਦ ਲਾਈਟ ਆਫ ਲਵ ਸ਼ੋਨ ਔਨ ਮੀ ਇਨ ਦੈਟ ਵੈਰੀ ਔਰ, ਅਤੇ ਉਸ ਸਮੇਂ ਦੇ ਵਿੱਚ ਮੇਰੇ ਉੱਪਰ ਉਹ ਪਿਆਰ ਦੀ ਰੋਸ਼ਨੀ ਪਈ। ਐਂਡ ਦਿਸ ਇਜ਼ ਆਲਸੋ ਆਂਸਰ ਟੂ ਫੋਰਥ ਕੁਐਸਚਨ, ਵਟ ਵਾਜ਼ ਦਾ ਵਰਡਲੈਸ ਕਰਾਈ ਆਫ ਦਾ ਨਰੇਟਰਸ ਸੋਲ? ਦਾ ਵਰਡਲੈਸ ਕਰਾਈ ਆਫ ਦਾ ਨਰੇਟਰਸ ਸੋਲ ਵਾਜ਼ ਲਾਈਟ ਗਿਵ ਮੀ ਲਾਈਟ। ਦਿਸ ਇਜ਼ ਦਾ ਆਂਸਰ ਟੂ ਫੋਰਥ ਕੁਐਸਚਨ। ਐਂਡ the light of love shone on her in that very hour. Students, you have to remember that you have to change pronouns while writing answers. This is written in direct speech. You know, in indirect speech we second or third person use for, and you have to change these words accordingly. I felt approaching footsteps. मैं अपने वाल आंदे हुए कदम महसूस कीती। I stretched out my hand as I supposed to my mother. मैं अपना हथ फैलाया क्योंकि मैंने ये लगता सी कि मेरे माता जी आ रहे हैं। Someone took it, किसी ने मेरा हथ पकड़ लिया। And I was caught up and held close in the arms of, मैं पकड़ विच आ गई सी ਅਤੇ ਮੈਂ ਉਸ ਦੀਆਂ ਬਾਹਾਂ ਵਿੱਚ ਹੋਈ ਸੀ। who had come to reveal all things to me, ਜਿਹੜੀ ਕਿ ਮੈਨੂੰ ਸਾਰੀਆਂ ਚੀਜ਼ਾਂ ਦੱਸਣ ਲਈ ਆਈ ਸੀ। and more than things else to love me, ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਨ ਲਈ ਆਈ ਸੀ। these lines are used for her teacher. And students, these lines will also be helpful in writing character sketch of Annie Mansfield Sullivan, the narrator's teacher, as she was a kind and gentle teacher. She taught Helen Keller with affection and love.
Morning after my teacher came, she led me into her room and gave me a doll. Now from here the study session of Helen Keller starts. ਉਸਦੇ ਅਧਿਆਪਕ ਉਸਨੂੰ ਕਮਰੇ ਵਿੱਚ ਲੈ ਗਏ ਅਤੇ ਉਸਨੂੰ ਇੱਕ ਡੋਲ ਦਿੱਤੀ. The little blind children at the Perkins Institution had sent it and Laura Brightman had dressed it. ਪੈਰਕਿੰਸ ਇੰਸਟੀਟਿਊਸ਼ਨ ਦੇ ਛੋਟੇ ਬੱਚਿਆਂ ਨੇ ਭੇਜੀ ਸੀ, ਲੋਰਾ ਬ੍ਰਾਈਟਮੈਨ ਨੇ ਇਸ ਨੂੰ ਤਿਆਰ ਕੀਤਾ ਸੀ. ਬਟ ਆਈ ਡਿਡਨਟ ਨੋ ਦਿਸ ਅੰਟਿਲ ਆਫਟਰਵਰਡਸ, ਪਰ ਉਸ ਵੇਲੇ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ. ਦਿਸ ਇਜ਼ ਆਲਸੋ ਆਨਸਰ ਟੂ ਦਾ 5th question. Who had sent the doll for the narrator? The little blind children at the Perkins Institution had sent doll for the narrator and Laura Brightman had dressed it. When I had played with it a little while, Miss Sullivan slowly spelled into my hand the word doll. ਜਦੋਂ ਮੈਂ ਇਸ ਨਾਲ ਖੇਡ ਰਹੀ ਸੀ ਤਾਂ ਮਿਸ ਸੁਲੇਵਾਨ ਨੇ ਮੈਨੂੰ ਹੌਲੀ ਹੌਲੀ ਮੇਰੇ ਹੱਥਾਂ ਵਿੱਚ ਵਰਡ ਡੋਲ ਸਪੈਲ ਕੀਤਾ. ਵਿਦਿਆਰਥੀਓ, ਤੁਸੀਂ ਡੋਲ ਵਰਡ ਨੂੰ ਇਸੇ ਤਰ੍ਹਾਂ ਹੀ ਸਪੈਲ ਕਰਨਾ, ਬਿਕੋਜ਼ ਇਟਸ ਅ ਸਲੋ ਵੇ ਆਫ ਲਰਨਿੰਗ. ਵਾਜ਼ ਐਟ ਵੰਸ ਇੰਟਰਸਟਡ ਇਨ ਦਿਸ ਫਿੰਗਰ ਪਲੇ, ਐਂਡ ਇਹਦੇ ਨਾਲ ਹੀ ਕੀ ਹੈ, ਲੇਖਿਕਾ ਦਾ ਇਸ ਫਿੰਗਰ ਪਲੇ ਦੇ ਵਿੱਚ ਦਿਲਚਸਪੀ ਹੋ ਗਈ. ਐਂਡ ਟਰਾਈ ਟੂ ਇਮੀਟੇਟ ਇਟ, ਉਸਨੇ ਇਸ ਨੂੰ ਨਕਲ ਕਰਨ ਦੀ ਕੋਸ਼ਿਸ਼ ਕੀਤੀ. ਐਂਡ ਦਿਸ ਇਜ਼ ਆਲਸੋ ਦਾ ਆਨਸਰ ਟੂ 6th question. ਹਾਊ ਡਿਡ ਦ ਨਰੇਟਰ ਲਰਨ ਟੂ ਸਪੈਲ ਦ ਵਰਡਸ? ਨਰੇਟਰ ਵਾਜ਼ ਇੰਟਰਸਟਡ ਇਨ ਫਿੰਗਰ ਪਲੇ and try to imitate it. In this way she learned to spell the words. Finally succeeded in making the letters correctly. ਜਦੋਂ ਮੈਂ ਅਖੀਰ ਵਿੱਚ ਲੈਟਰਸ ਉਹਨਾਂ ਸ਼ਬਦਾਂ ਨੂੰ ਠੀਕ ਲਿਖਣ ਦੇ ਯੋਗ ਹੋ ਗਈ. ਐਂਡ ਆਈ ਵਾਜ਼ ਫਲਸ਼ਡ ਵਿਦ ਚਾਈਲਡਿਸ਼ ਪਲੇਜ਼ਰ, ਅਤੇ ਮੇਰੇ ਉੱਪਰ ਬੱਚਿਆਂ ਵਾਲੀ ਖੁਸ਼ੀ ਛਾ ਗਈ. ਐਂਡ ਪ੍ਰਾਈਡ, ਅਤੇ ਮੈਨੂੰ ਸਵੈਮਾਨ ਮਹਿਸੂਸ ਹੋਇਆ. ਰਨਿੰਗ ਡਾਊਨ ਸਟੇਅਰਸ ਟੂ ਮਾਈ ਮਦਰ, ਮੈਂ ਆਪਣੀ ਮਾਤਾ ਕੋਲ ਗਈ. ਆਈ ਹੈਲਡ ਅਪ ਮਾਈ ਹੈਂਡ ਐਂਡ ਮੇਡ ਦ ਲੈਟਰਸ ਫॉर ਡੋਲ, ਮੈਂ ਆਪਣਾ ਹੱਥ ਉਠਾਇਆ ਅਤੇ ਡੋਲ ਦੇ ਵਾਸਤੇ ਲੈਟਰਸ ਦੱਸੇ. ਆਈ ਡਿਡਨਟ ਨੋ ਦੈਟ ਆਈ ਵਾਜ਼ ਸਪੈਲਿੰਗ ਅ ਵਰਡ ਔਰ ਈਵਨ ਦੈਟ ਵਰਡਸ ਐਗਜ਼ਿਸਟਡ. ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਇੱਕ ਸ਼ਬਦ ਦੀ ਸਪੈਲਿੰਗ ਦੱਸ ਰਹੀ ਹਾਂ ਅਤੇ ਕੀ ਉਹ ਸ਼ਬਦ ਹੋਂਦ ਵਿੱਚ ਵੀ ਸੀ. ਆਈ ਵਾਜ਼ ਮੇਕਿੰਗ ਮਾਈ ਫਿੰਗਰਸ ਗੋ ਇਨ ਮੌਂਕੀ ਲਾਈਕ ਇਮੀਟੇਸ਼ਨ, ਮੈਂ ਬੰਦਰ ਦੀ ਤਰ੍ਹਾਂ ਨਕਲ ਕਰ ਰਹੀ ਸੀ. ਇਨ ਦ ਡੇਜ਼ ਦੈਟ ਫੋਲੋਡ, ਜਿਹੜੇ ਦਿਨ ਉਸ ਤੋਂ ਬਾਅਦ ਆਏ, ਆਈ ਲਰਨ ਟੂ ਸਪੈਲ ਇਨ ਦਿਸ ਅਨਕੰਪਰੀਹੈਂਡਿੰਗ ਵੇ ਆ ਗ੍ਰੇਟ many words, not try to fully understand, ਕਿ ਪੂਰੀ ਤਰ੍ਹਾਂ ਮੈਂ ਸਮਝ ਨਹੀਂ ਪਾਈ, ਪਰ ਫਿਰ ਵੀ ਮੈਂ ਕਈ ਸ਼ਬਦਾਂ ਨੂੰ ਕਹਿਣਾ ਸਿੱਖ ਲਿਆ. among them pin, hat, cup and a few verbs like sit, stand and walk. Now the author learned to spell some words. Among them nouns were pin, hat and cup, and verbs sit, stand and walk. This is the answer to the 8th question. List the few words that the narrator made her learn. These are the few words she learned to spell uncomprehending: pin, hat, cup and a few verbs like sit, stand and walk. But my teacher had been with me several weeks before I understood that everything has a name. ਪਰ ਮੇਰੇ ਅਧਿਆਪਕ ਹਮੇਸ਼ਾ ਮੇਰੇ ਨਾਲ ਕਈ ਹਫ਼ਤਿਆਂ ਤੱਕ ਰਹੇ, ਜਦੋਂ ਤੱਕ ਕਿ ਮੈਨੂੰ ਇਹ ਸਮਝ ਨਹੀਂ ਆਈ ਕਿ ਹਰ ਇੱਕ ਚੀਜ਼ ਦਾ ਕੋਈ ਨਾਮ ਹੁੰਦਾ ਹੈ. ਵਨ ਡੇ ਵਾਈਲ ਆਈ ਵਾਜ਼ ਪਲੇਇੰਗ ਵਿਦ ਮਾਈ ਨਿਊ ਡੋਲ, ਇੱਕ ਦਿਨ ਮੈਂ ਆਪਣੀ ਨਵੀਂ ਡੋਲ ਨਾਲ ਖੇਡ ਰਹੀ ਸੀ. ਮਿਸ ਸੁਲੇਵਾਨ ਪੁੱਟ ਮਾਈ ਬਿਗ ਰੈਗ ਡੋਲ ਇਨਟੂ ਮਾਈ ਲੈਪ, ਮਿਸ ਸੁਲੇਵਾਨ ਨੇ ਮੇਰੇ ਕੱਪੜੇ ਦੀ ਵੱਡੀ ਗੁੱਡੀ ਮੇਰੀ ਗੋਦ ਵਿੱਚ ਪਾ. ਐਂਡ ਆਲਸੋ ਸਪੈਲ ਡੋਲ ਐਂਡ ਟਰਾਈ ਟੂ ਮੇਕ ਮੀ ਅੰਡਰਸਟੈਂਡ ਦੈਟ ਡੋਲ ਅਪਲਾਈਡ ਟੂ ਬੋਥ, ਅਤੇ ਉਸਨੇ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ DOLL ਡੋਲ ਦੋਨਾਂ 'ਤੇ ਲਾਗੂ ਹੁੰਦਾ ਹੈ. ਅਰਲੀਅਰ ਇਨ ਦ ਡੇ ਵੀ ਹੈਡ ਅ ਟਸਲ ਓਵਰ ਦ ਵਰਡਸ, ਉਸੇ ਦਿਨ ਪਹਿਲਾਂ ਵੀ ਸਾਡਾ ਝਗੜਾ ਹੋ ਗਿਆ, ਸ਼ਾਰਟ ਫਾਈਟ, ਵਰਡਸ ਮੱਗ ਅਤੇ ਵਾਟਰ ਨੂੰ ਲੈ ਕੇ. ਮਿਸ ਸੁਲੀਵਾਨ ਹੈਡ ਟਰਾਈ ਟੂ ਇੰਪ੍ਰੈਸ it upon me that mug is mug. ਮਿਸ ਸੁਲੀਵਾਨ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੱਗ ਮੱਗ ਹੈ ਅਤੇ ਵਾਟਰ ਵਾਟਰ ਹੈ. ਬਟ ਆਈ ਪਰਸਿਸਟਡ ਇਨ ਕਨਫਾਊਂਡਿੰਗ ਦ ਟੂ, ਪਰ ਮੈਂ ਇਹਨਾਂ ਨੂੰ ਆਪਣੀ ਜਿੱਦ ਨਾਲ ਕਨਫਿਊਜ਼ ਕਰ ਰਹੀ ਸੀ, ਦੋਨਾਂ ਵਰਡ ਨੂੰ ਮਿਲਾ ਰਹੀ ਸੀ. ਇਨ ਡਿਸਪੇਅਰ ਸ਼ੀ ਹੈਡ, ਉਹਨਾਂ ਨੇ ਇਹ ਸਬਜੈਕਟ ਛੱਡ ਦਿੱਤਾ. ਓਨਲੀ ਟੂ ਰੀਨਿਊ ਇਟ ਐਟ ਦ ਫਸਟ ਓਪਰਚੁਨਿਟੀ, ਇਸ ਨੂੰ ਤਾਂ ਕਿ ਦੁਬਾਰਾ ਫਿਰ ਨਵੇਂ ਸਿਰੇ ਤੋਂ ਇਸ 'ਤੇ ਗੱਲ ਕੀਤੀ ਜਾਵੇ. ਆਈ ਬਿਕੇਮ ਇੰਪੇਸ਼ੈਂਟ ਐਟ ਹਰ ਰਿਪੀਟਡ ਅਟੈਂਪਟਸ ਐਂਡ ਸੀਜ਼ਿੰਗ ਦਾ ਨਿਊ ਡੋਲ, ਮੈਂ ਉਸ ਦੀਆਂ ਬਾਰ-ਬਾਰ ਕੋਸ਼ਿਸ਼ਾਂ ਦੇ ਉੱਪਰ ਬੇਚੈਨ ਹੋ ਗਈ. ਨਵੀਂ ਗੁੱਡੀ ਪਕੜੀ. ਆਈ ਡੈਸ਼ਡ ਇਟ ਅਪੋਨ ਦ ਗਰਾਊਂਡ, ਮੈਂ ਇਸ ਨੂੰ ਫਰਸ਼ 'ਤੇ ਵਗਾ ਕੇ ਮਾਰਿਆ. ਆਈ ਵਾਜ਼ ਕੀਨਲੀ ਡਿਲਾਈਟਡ ਵੈਨ ਆਈ
ਫਰੈਗਮੈਂਟਸ ਆਫ ਦ ਬ੍ਰੋਕਨ ਡੋਲ ਐਟ ਮਾਈ ਫੀਟ। ਟੁੱਟੇ ਹਿੱਸੇ ਆਪਣੇ ਪੈਰਾਂ ਨਾਲ ਮੈਂ ਦੇ ਨਾਲ ਮੈਨੂੰ ਉਤਸੁਕਤਾ ਨਾਲ ਖੁਸ਼ੀ ਹੋਈ। ਨੋ ਰਿਗਰੈਟ ਫੋਲੋਡ ਮਾਈ ਪੈਸ਼ਨੇਟ ਆਊਟਬਸਟ। ਪ੍ਰਤੀਕਿਰਿਆ ਤੋਂ ਬਾਅਦ ਨਾ ਤਾਂ ਦੁੱਖ ਹੋਇਆ ਅਤੇ ਨਾ ਹੀ ਪਛਤਾਵਾ ਹੋਇਆ। ਆਈ ਨੋ ਲਵ ਦ ਡੋਲ। ਮੈਨੂੰ ਡੋਲ ਨਾਲ ਕੋਈ ਪਿਆਰ ਨਹੀਂ ਸੀ। ਇਨ ਦ ਸਟਿਲ ਡਾਰਕ ਵਰਲਡ, ਅੰਧੇਰਾ ਕਾਲਾ ਸ਼ਾਂਤ ਸੰਸਾਰ ਜਿਸ ਵਿੱਚ ਮੈਂ ਰਹਿੰਦੀ ਸੀ, ਨੋ ਸਟਰੋਂਗ ਸੈਂਟੀਮੈਂਟ ਆਫ ਟੈਂਡਰਨੈਸ, ਉੱਥੇ ਕੋਈ ਵੀ ਕੋਮਲਤਾ ਦੀਆਂ ਭਾਵਨਾਵਾਂ ਨਹੀਂ ਸਨ। ਆਈ ਫੈਲ ਮਾਈ ਟੀਚਰ ਸਵੀਪ ਦ ਫਰੈਗਮੈਂਟਸ ਟੂ ਵਨ ਸਾਈਡ। ਠੀਕ ਦੇ ਇੱਕ ਪਾਸੇ ਸਾਰੇ ਟੁੱਟੇ ਹੋਏ ਟੁਕੜੇ ਇਕੱਠੇ ਕਰ ਦਿੱਤੇ। ਐਂਡ ਆਈ ਹੈਡ ਅ ਸੈਂਸ ਆਫ ਸੈਟਿਸਫੈਕਸ਼ਨ ਦੈਟ ਦ ਕਾਜ਼ ਆਫ ਮਾਈ ਡਿਸਕੰਫਰਟ। ਅਤੇ ਮੈਨੂੰ ਸੰਤੁਸ਼ਟੀ ਦਾ ਅਨੁਭਵ ਹੋਇਆ ਕਿ ਮੇਰੀ ਬੇਆਰਾਮੀ ਦਾ ਕਾਰਨ ਖਤਮ ਹੋ ਗਿਆ। ਟੂ 7th question, the narrator dashed the doll upon the floor. The narrator was in state of confusion over the words mug and water. One had tried to impress upon her mug is mug and was water, but she persisted in confusing the two. In despair, she became impatient, repeated attempts, and seizing the doll and dashed it upon the floor. However, this is the answer to 6th question. The narrator learned by imitating her teacher with fingerprint. And the next passage, she bought me my hat. ਫਿਰ ਉਸ ਤੋਂ ਬਾਅਦ ਕੀ ਹੋਇਆ, ਜਦੋਂ ਉਸਨੇ ਉਸਦੀ ਡੋਲ ਦਿੱਤਾ, she bought me my hat, ਉਸਦਾ ਹੈਟ ਲੈ। ਐਂਡ ਆਈ ਨਿਊ ਆਈ ਵਾਜ਼ ਗੋਇੰਗ ਆਊਟ ਇਨ ਟੂ ਦ ਵਾਰਮ ਸਨਸ਼ਾਈਨ। ਅਤੇ ਮੈਨੂੰ ਪਤਾ ਸੀ ਕਿ ਮੈਂ ਨਿੱਘੀ ਧੁੱਪ ਵਿੱਚ ਜਾ ਰਹੀ ਸੀ। ਦਿਸ ਥਾਊਟ, ਇਫ ਅ ਵਰਡਲੈਸ ਸੈਂਸੇਸ਼ਨ ਮੇ ਬੀ ਕਾਲਡ ਥਾਊਟ, ਮੇਡ ਮੀ ਹੋਪ ਐਂਡ ਸਕਿਪ ਵਿਦ ਪਲੇਜ਼ਰ। ਇਹ ਵਿਚਾਰ, ਜੇ ਇਸ ਦਾ ਅਸੀਂ ਸ਼ਬਦਾਂ ਤੋਂ ਰਹਿਤ ਇਸ ਦੀ ਕੋਈ ਭਾਵਨਾ ਸੀ ਜਾਂ ਅਨੁਭਵ ਸੀ, ਇਹ ਅਜਿਹੀ ਸੋਚ ਸੀ ਜਿਸ ਨੇ ਕਿ ਮੈਨੂੰ ਖੁਸ਼ੀ ਵਿੱਚ ਨੱਚਣ ਅਤੇ ਟੱਪਣ ਲਈ ਮਜਬੂਰ ਕਰ ਦਿੱਤਾ। ਵੀ ਵਾਕ ਡਾਊਨ ਦਾ ਪਾਥ ਟੂ ਦਾ ਵੈਲ ਹਾਊਸ। ਇਸ ਤੋਂ ਬਾਅਦ ਉਹ ਖੂਹ ਵੱਲ ਨੂੰ ਗਏ ਜਿੱਥੇ ਖੂਹ ਬਣਿਆ ਹੋਇਆ ਸੀ। ਅਟਰੈਕਟ ਬਾਈ ਦਾ ਫਰੈਗਰੈਂਸ ਆਫ ਦਾ ਹਨੀ ਸਰਕਲ, ਦੀ ਖੁਸ਼ਬੂ ਆ ਰਹੀ ਸੀ ਜੈਲੋ ਪਲਾਂਟ ਵਾਲੀਆਂ ਝਾੜੀਆਂ ਦੀ, ਵਿਦ ਵਿੱਚ ਇਟ ਵਾਜ਼ ਕਵਰਡ, ਇਹਦੇ ਨਾਲ ਹੀ ਢੱਕਿਆ ਹੋਇਆ ਸੀ। ਸਮਵਨ ਵਾਜ਼ ਡਰਾਇੰਗ ਵਾਟਰ, ਕੋਈ ਪਾਣੀ ਖਿੱਚ ਰਿਹਾ ਸੀ। ਐਂਡ ਮਾਈ ਟੀਚਰ ਪਲੇਸਡ ਮਾਈ ਹੈਂਡ ਅੰਡਰ ਦਾ ਸਪਾਊਟ, ਅਤੇ ਮੇਰੇ ਟੀਚਰ ਨੇ ਮੇਰਾ ਹੱਥ ਕਰ ਦਿੱਤਾ। As the cool stream gushed over one hand, she spelled into the other the word water, first slowly then rapidly. अब मेरे हथ ਦੇ ਉੱਪਰ ਅਚਾਨਕ ਪਈ ਠੰਡੇ ਪਾਣੀ ਦੀ ਧਾਰਾ। ਜਿਹੜਾ ਉਸਨੇ ਝਰਨੇ ਦੇ ਹੇਠਾਂ ਇੱਕ ਉਸਨੇ ਦੂਸਰੇ ਹੱਥ ਦੇ ਉੱਤੇ ਵਰਡ ਵਾਟਰ ਹੌਲੀ ਫਿਰ ਤੇਜ਼ੀ ਨਾਲ ਲਿਖਿਆ। ਆਈ ਸਟੂਡ ਸਟਿਲ ਮਾਈ ਹੋਲ ਅਟੈਂਸ਼ਨ ਫਿਕਸਡ ਅਪੋਨ ਦ ਮੋਸ਼ਨਸ ਆਫ ਆਰ ਫਿੰਗਰਸ। ਮੈਂ ਸ਼ਾਂਤ ਖੜੀ ਹਾਂ, ਉਹਨਾਂ ਦੀਆਂ ਉਂਗਲਾਂ ਦੀ ਹਰਕਤ ਵੱਲ ਸੀ। ਸਡਨਲੀ ਆਈ ਫੈਲਟ ਅ ਮਿਸਟੀ ਕੌਨਸ਼ੀਅਸ, ਚੀਜ਼ ਦਾ ਧੁੰਦਲਾ ਜਿਹਾ ਅਹਿਸਾਸ ਹੋਇਆ। ਐਜ਼ ਆਫ ਸਮਥਿੰਗ ਫੋਰਗੋਟਨ, ਕੋਈ ਚੀਜ਼ ਜਿਸ ਤਰ੍ਹਾਂ ਭੁੱਲੀ ਹੋਵੇ। ਅ ਥ੍ਰਿਲ ਆਫ ਰਿਟਰਨਿੰਗ ਥਾਊਟ, ਐਂਡ ਸਮਹਾਉ ਇੱਕ ਵਾਪਸ ਵਿਚਾਰ ਯਾਦ ਵਿੱਚ ਵਾਪਸ ਆਇਆ। ਐਂਡ ਸਮਹਾਉ ਦ ਮਿਸਟਰੀ ਆਫ ਲੈਂਗੁਏਜ ਵਾਜ਼ ਰਿਵੀਲਡ ਟੂ ਮੀ, ਅਤੇ ਕਿਸੇ ਤਰੀਕੇ ਨਾਲ ਭਾਸ਼ਾ ਦਾ ਭੇਦ ਮੈਨੂੰ ਪਤਾ ਚੱਲ ਗਿਆ। 9th question, what did the narrator learn at the well house? Felt a misty consciousness as something forgotten, a thrill of return. I knew then that water meant the wonderful cool something that was flowing over my hand. ਉਸਨੂੰ ਪਤਾ ਚੱਲ ਗਿਆ ਕਿ ਪਾਣੀ ਦਾ ਮਤਲਬ ਹੈ ਕਿ ਕੋਈ ਕੂਲੀ ਚੀਜ਼ ਮੇਰੇ ਹੱਥ ਉੱਪਰ ਵਹਿ ਰਹੀ ਹੈ। The living word awakening my soul, ਉਸ ਚਿੰਦਾ ਸ਼ਬਦ ਨੇ ਮੇਰੇ ਜੀਵਨ ਨੂੰ ਮੇਰੀ ਆਤਮਾ ਜਗਾ ਦਿੱਤਾ। It light, ਇਸਨੂੰ ਰੋਸ਼ਨੀ ਦਿੱਤੀ, ਹੋਪ ਦਿੱਤੀ, ਖੁਸ਼ੀ ਦਿੱਤੀ। ਸੈਟ ਇਟ ਫਰੀ, ਇਸ ਨੂੰ ਆਜ਼ਾਦ ਕਰ ਦਿੱਤਾ। ਦੇਅਰ ਵਰ ਬੈਰੀਅਰਸ ਸਟਿਲ, ਪਰ ਅਜੇ ਵੀ ਇੱਥੇ ਰੁਕਾਵਟਾਂ ਸਨ। ਇਟਸ ਟਰੂ ਬਟ ਬੈਰੀਅਰਸ ਦੈਟ ਕੁਡ ਇਨ ਟਾਈਮ ਬੀ ਸਵੈਪਟ ਅਵੇ, ਪਰ ਅਜਿਹੀਆਂ ਰੋਕਾਂ ਸਨ ਜਿਹੜੀਆਂ ਕਿ ਟਾਈਮ ਦੇ ਵਿੱਚ ਹੀ ਰਸਤੇ ਵਿੱਚੋਂ ਘੱਟ ਸਕਦੀਆਂ ਸਨ। ਹੀ ਲੈਫਟ ਦ ਵੈਲ ਹਾਊਸ ਈਗਰ ਟੂ ਲਰਨ, ਮੈਂ ਸਿੱਖਣ ਦੀ ਇੱਛਾ ਨਾਲ ਖੂਹ ਤੋਂ ਚਲੀ ਗਈ। ਐਵਰੀਥਿੰਗ ਹੈਡ ਅ ਨੇਮ ਐਂਡ ਈਚ ਨੇਮ ਗੇਵ ਬਰਥ ਟੂ ਅ ਨਿਊ ਥਾਊਟ, ਹਰ ਇੱਕ ਚੀਜ਼ ਦਾ ਨਾਮ ਹੁੰਦਾ ਹੈ ਅਤੇ ਹਰ ਇੱਕ ਚੀਜ਼ ਨਵੀਂ ਸੋਚ ਨੂੰ ਜਨਮ ਦਿੰਦੀ ਹੈ। ਐਜ਼ ਵੀ ਰਿਟਰਨ ਟੂ ਦ ਹਾਊਸ ਐਵਰੀ ਆਬਜੈਕਟ ਵਿਚ ਆਈ ਟਰਸਟ ਸੀਮ ਟੂ, ਜਦੋਂ ਅਸੀਂ ਘਰ ਆਏ ਹਰ ਇੱਕ ਚੀਜ਼ ਜਿਸ ਨੂੰ ਵੀ ਮੈਂ ਛੂਹਿਆ ਇਸ ਤਰ੍ਹਾਂ ਸੀ ਜਿਵੇਂ ਕਿ ਜੀਵਨ ਨਾਲ ਧੜਕ ਰਹੀ ਹੋਵੇ। ਦੈਟਸ ਬਿਕੋਜ਼ ਆਈ ਸੌ ਐਵਰੀਥਿੰਗ ਵਿਦ ਦ ਸਟ੍ਰੇਂਜ ਨਿਊ ਸਾਈਟ ਦੈਟ ਹੈਡ ਕਮ ਟੂ ਮੀ, ਇਹ ਜਿਹਾ ਇਸ ਕਰਕੇ ਹੋਇਆ ਕਿਉਂਕਿ ਮੈਂ ਹਰ ਇੱਕ ਚੀਜ਼ ਨੂੰ ਅਜੀਬ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਿਆ ਜਿਹੜਾ ਮੇਰੇ ਅੰਦਰ ਪੈਦਾ ਹੋ ਗਿਆ ਸੀ। On entering the door, I remembered the doll I had broken. ਜਦੋਂ ਮੈਂ ਦਰਵਾਜ਼ੇ ਵਿੱਚ ਦਾਖਲ ਹੋਈ ਤਾਂ ਮੈਨੂੰ ਉਹ ਡੋਲ ਯਾਦ ਆਈ ਜਿਹੜੀ ਮੈਂ ਤੋੜ ਦਿੱਤੀ ਸੀ। I felt my way to the hearth, ਮੈਂ ਅੰਗੀਠੀ ਕੋਲ ਗਈ and picked up the pieces, ਮੈਂ ਟੁਕੜੇ ਚੁੱਕੇ। I tried vainly to put them together.
मैं असफल कोशिश की उन्होंने इकट्ठे करने दी। दैन माई आईज फिल्ड विद टीयर्स फॉर आई रियलाइज वट आई हैड डन। मेरियां अखां उस वेले अथरू नाल भर गईयां क्योंकि मैनू याद है कि मैं की कीता सी। एंड फॉर द फर्स्ट टाइम आई फेल्ट रिपेंटेंस एंड सॉरो। पहली बार मैनू पछतावा अते दुख होया। क्वेश्चन, what made the narrator repent and feel sorrowful? The incident of broken doll made the narrator repent and sorrowful. On entering the door, she remembered the doll that she had broken. Her eyes filled with tears, for she realized what she had done, and for the first time she felt repentance and sorrow. Next passage, I learned a great many new words that day. उस दिन मैं कई होर शब्द सीखे। I don't remember what they all were. मैनू याद नहीं, but I do know that mother, father, sister, teacher were among them words that were to make the word blossom for me. ਪਰ ਮੈਨੂੰ ਯਾਦ ਹੈ ਕਿ ਇਹ ਸ਼ਬਦ ਸਨ ਸਾਰੇ ਜਿਨ੍ਹਾਂ ਨੇ ਕਿ ਸੰਸਾਰ ਮੇਰੇ ਲਈ ਬਣਾ ਦਿੱਤਾ ਅਤੇ ਫੁੱਲਾਂ ਦੀ ਤਰ੍ਹਾਂ ਖਿਲਾ ਦਿੱਤਾ। ਲਾਈਕ ਐਰਨਸ ਰੋਡ ਵਿਦ ਫਲਾਵਰ, ਜਿਵੇਂ ਐਰਨ ਦੀ ਸੋਟੀ ਫੁੱਲਾਂ ਨਾਲ ਭਰੀ ਹੋਵੇ। ਰੋਡ ਵਿਦ ਫਲਾਵਰ, ਦਿਸ ਇਜ਼ ਫਰੋਮ ਦ ਟੈਸਟਾਮੈਂਟ ਆਫ ਦ ਬਾਈਬਲ and used for Moses. The brother of Aaron was given a strange rod by God. Moses Keller had used these words. It's taken from the testament of the Bible. Bible ਵਿੱਚ ਇਹ ਦੱਸਿਆ ਗਿਆ ਹੈ ਕਿ ਮੋਜ਼ਸ ਦੇ ਬ੍ਰਦਰ ਐਰਨ ਦੇ ਕੋਲ ਇੱਕ ਉਸਨੂੰ ਸਟ੍ਰੇਂਜ ਗਿਫਟ ਪਰਮਾਤਮਾ ਨੇ ਦਿੱਤੀ ਸੀ, ਸਟ੍ਰੇਂਜ ਰੋਡ ਦਿੱਤੀ ਸੀ। That's why ਇਸ ਤਰ੍ਹਾਂ ਸੀ ਉਸ ਦੇ ਲਈ difficult to find a happier child than I was as I lay my cry at the close of the eventful day. ਉਸ ਦਿਨ ਜਦੋਂ ਕਿ ਮੈਂ ਆਪਣੇ ਬੈੱਡ ਦੇ ਵਿੱਚ ਲੇਟੀ ਹੋਈ ਸੀ, ਪੰਗੂੜੇ ਵਿੱਚ ਲੇਟੀ ਹੋਈ ਸੀ, ਘਟਨਾਵਾਂ ਨਾਲ ਭਰਿਆ ਹੋਇਆ ਅਜੀਬ ਦਿਨ ਸੀ। ਮੈਂ ਉਹਨਾਂ ਸੋਚਾਂ ਦੇ ਨਾਲ ਖੁਸ਼ ਸੀ ਜਿਹੜੀਆਂ ਮੇਰੇ ਮਨ ਵਿੱਚ ਆਈਆਂ। ਐਂਡ ਫॉर द फर्स्ट टाइम लॉन्ग फॉर अ न्यू डे टू कम। ਅਤੇ ਉਸ ਦਿਨ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਜੀਵਨ ਦੇ ਵਿੱਚ ਨਵਾਂ ਦਿਨ ਆਵੇ, ਤਾਂ ਮੈਂ ਉਸ ਦਿਨ ਤੋਂ ਬਾਅਦ ਨਵੇਂ ਦਿਨ ਦੀ ਚਾਹਤ ਕਰ ਰਹੀ ਸੀ। Students, we have discussed the lesson in detail. Short questions have been told, and about the long questions of this chapter you will have to write the theme of the chapter. And students, I have discussed the next lesson.